ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ ਤੇ। ਉਮੀਦ ਕਰਦਾ ਤੁਸੀਂ ਬਹੁਤ ਵਧੀਆ ਹੋਵੋਗੇ। ਤੁਹਾਡੀ ਪੜ੍ਹਾਈ ਆ ਜਿਹੜੀ ਪੂਰੀ ਜ਼ੋਰਾਂ ਸ਼ੋਰਾਂ ਤੇ ਚੱਲ ਰਹੀ ਹੋਊਗੀ। ਤਾਂ ਬੱਚੇ, ਸਭ ਤੋਂ ਪਹਿਲਾਂ ਤਾਂ ਅਸੀਂ ਮਾफ़ੀ ਚਾਹੁੰਦੇ ਹਾਂ ਕਿ ਵੀਡੀਓ ਨੇ ਜਿਹੜੀਆਂ 3-4 ਦਿਨ ਤੋਂ ਨਹੀਂ ਆ ਰਹੀਆਂ, ਬਟ ਹੁਣ ਆਪਾਂ ਕੋਸ਼ਿਸ਼ ਕਰਾਂਗੇ 3 ਤੋਂ 4 ਵੀਡੀਓਜ਼ ਆਪਾਂ ਇੱਕ ਦਿਨ ਦੀਆਂ ਕਵਰ ਕਰ ਦਈਏ। ਅੱਜ ਆਪਣਾ ਤੁਸੀਂ ਥੰਬਨੇਲ ਦੇਖਿਆ ਬੱਚੇ, ਆਪਾਂ ਜਿਹੜੀ ਗੱਲ ਕਰਨੀ ਆ ਫੰਡਾਮੈਂਟਲ ਡਿਊਟੀਜ਼ ਦੀ ਗੱਲ ਕਰਾਂਗੇ, ਜਿਹੜਾ ਕਿ ਆਪਣੇ ਭਾਰਤੀ ਸੰਵਿਧਾਨ ਦਾ ਭਾਗ ਚੌਥਾ ਏ ਆ। ਪੰਜਾਬੀ 'ਚ ਅਸੀਂ ਮੌਲਿਕ ਕਰਤੱਵ ਕਹਿੰਦੇ ਹਾਂ। ਚਾਹੇ ਕੋਈ ਬੱਚਾ PPSC UPSC ਵਾਲਾ ਜਾਂ ਫਿਰ PSSB ਵਾਲਾ, ਜਾਂ ਫਿਰ ਜਿਹੜੇ ਵੀ ਕਿਸੇ ਸਬਜੈਕਟ ਦੇ ਆਪਣੇ ਐਗਜ਼ਾਮ ਦੇ ਵਿੱਚ ਪੋਲਿਟੀ ਆਉਂਦੀ ਆ, ਤਾਂ ਹਰ ਐਗਜ਼ਾਮ ਦੇ ਲਈ ਬੱਚੇ ਬਹੁਤ ਇੰਪੋਰਟੈਂਟ ਟੌਪਿਕ ਆ ਜਿਹੜਾ ਉਹ ਰਹਿਣ ਵਾਲਾ। ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਇਹਦੇ 'ਚ ਆਪਾਂ ਤੁਹਾਨੂੰ MCQ ਕਰਵਾਵਾਂਗੇ, ਔਰ MCQ ਦੇ ਨਾਲ ਜਿੰਨੇ ਤੁਹਾਡੇ ਫੈਕਟ ਹੋਣਗੇ, ਈਵਨ ਤੁਸੀਂ UPSC ਲੈਵਲ ਦੇ ਕੁਐਸਚਨ ਵੀ ਇਹਦੇ ਨਾਲ ਈਜ਼ੀਲੀ ਕਰ ਸਕੋਗੇ। ਤਾਂ ਬੱਚੇ, ਵੀਡੀਓ ਤੁਹਾਨੂੰ ਜਦੋਂ ਆਪਣੀ ਹੁਣੇ ਸਟਾਰਟ ਹੋਊਗੀ ਤਾਂ ਤੁਹਾਨੂੰ ਆਪ ਹੀ ਲੈਵਲ ਪਤਾ ਲੱਗ ਜਾਣਾ ਕਿ ਆਪਾਂ ਕਿਸ ਲੈਵਲ ਦੀ ਗੱਲਬਾਤ ਕਰਨ ਜਾ ਰਹੇ ਹਾਂ। ਬਾਕੀ ਬੱਚੇ, ਜਿਹੜੇ ਬੱਚਿਆਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਦੈਨ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਜਿਹੜਾ ਕੁਐਸਚਨ ਤੁਹਾਨੂੰ ਪੁੱਛਿਆ ਗਿਆ ਵੀਡੀਓ ਦੌਰਾਨ, ਉਹਦਾ ਆਨਸਰ ਤੁਸੀਂ ਜ਼ਰੂਰ ਕਰਨਾ। ਤਾਂ ਬੱਚੇ, ਬਿਨਾਂ ਕਿਸੇ ਦੇਰੀ ਤੋਂ ਅੱਜ ਆਪਣੀ ਜਿਹੜੀ ਵੀਡੀਓ ਉਹਨੂੰ ਆਪਾਂ ਸਟਾਰਟ ਕਰਦੇ ਹਾਂ। ਸੋ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਡਿਸਪਲੇ ਹੋ ਗਿਆ ਹੋਊਗਾ। ਦੇਖੋ, which amendment act included the fundamental duties of citizens in the Indian Constitution। ਤਾਂ ਪਹਿਲਾ ਮਤਲਬ ਕੀ ਕਹਿੰਦੇ ਆ ਵੀ ਕਿਹੜੀ ਅਮੈਂਡਮੈਂਟ ਹੋਈ ਸੀ ਤਾਂ ਜਿਹਦੇ ਨਾਲ ਫੰਡਾਮੈਂਟਲ ਡਿਊਟੀਜ਼ ਐਡ ਕੀਤੀਆਂ ਗਈਆਂ। ਚਲੋ, ਇਹਦਾ ਆਨਸਰ ਤਾਂ ਆਪਾਂ ਫੇਰ ਦੇਖਦੇ ਹਾਂ। ਪਹਿਲਾਂ ਦੇਖੋ ਬੱਚੇ, FD ਲਿਖਦੇ ਨੇ ਇਹਨੂੰ, ਠੀਕ ਆ। ਇਹ ਹੁਣ ਫਿਕਸਡ ਡਿਪੋਜ਼ਿਟ ਇਕੋਨਮੀ ਵਾਲਾ FD ਨਹੀਂ ਹੈਗਾ, ਸੋ ਸ਼ਾਰਟ ਦੇ ਵਿੱਚ ਪਾਇਆ ਫੰਡਾਮੈਂਟਲ ਡਿਊਟੀਜ਼। FR ਲਿਖਦੇ ਆਪਾਂ ਫੰਡਾਮੈਂਟਲ ਰਾਈਟਸ ਨੂੰ, ਠੀਕ ਆ। DPSP ਲਿਖਦੇ ਹੁੰਦੇ ਆ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਨੂੰ। ਤਾਂ ਇਹਦੇ 'ਚ ਫੰਡਾਮੈਂਟਲ ਡਿਊਟੀਜ਼, ਇਹਦਾ ਮਤਲਬ ਜਿੱਥੇ ਤੁਹਾਨੂੰ ਵਰਡ ਦਿਖ ਗਿਆ ਅਮੈਂਡਮੈਂਟ, ਇਹਦਾ ਮਤਲਬ ਹੁੰਦਾ ਕਿ ਓਰੀਜਨਲ ਦੇ ਵਿੱਚ ਇਹ ਨਹੀਂ ਸੀਗੀਆਂ, ਠੀਕ ਆ। ਓਰੀਜਨਲ ਕੌਨਸਟੀਟਿਊਸ਼ਨ 'ਚ ਨਹੀਂ ਸੀ, ਇਹਦਾ ਮਤਲਬ ਇਹਨਾਂ ਨੂੰ ਬਾਅਦ ਦੇ ਵਿੱਚ ਐਡ ਕੀਤਾ ਗਿਆ। ਹੁਣ ਜੇ ਆਪਾਂ ਦੇਖੀਏ ਵੀ ਤੁਹਾਨੂੰ ਵੈਸੇ ਯਾਦ ਹੋਊਗਾ 73ਵੀਂ ਅਮੈਂਡਮੈਂਟ ਮੈਂ ਤੁਹਾਨੂੰ ਇਹ ਤਾਂ ਕਿੰਨੇ ਵਾਰ ਕਰਵਾਤੀ ਬੱਚੇ, ਇਹ ਤਾਂ ਆਪਣੀ ਹੈਗੀ ਆ ਪੰਚਾਇਤੀ ਰਾਜ ਦੇ ਰਿਲੇਟਡ। ਸੋ ਇਹ ਆਪਸ਼ਨ ਦਾ ਇੱਕ ਐਲੀਮੀਨੇਟ ਕਰ ਦਿਓ, ਠੀਕ ਆ। ਤਾਂ ਆਹ ਇਦੋਂ ਬਾਅਦ ਦੇ ਵਿੱਚ ਹੋਈ ਆ, ਸੋ ਇਹਨੂੰ ਵੀ ਤੁਸੀਂ ਇੱਥੋਂ ਕੱਟ ਦਿਓ। 55ਵੀਂ ਇਹਨੂੰ ਵੀ ਕੱਟ ਦਿਓ। ਤਾਂ ਇਹਦਾ ਕਰੈਕਟ ਆਨਸਰ ਸੀਗਾ A ਆਨਸਰ, ਠੀਕ ਆ। 42ਵੀਂ ਕੌਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੋਈ ਸੀ। ਤਾਂ ਇਹ ਕਦੋਂ ਹੋਈ ਆ? 1976 ਦੇ ਵਿੱਚ ਹੋਈ ਸੀ। ਔਰ ਇਸੇ ਅਮੈਂਡਮੈਂਟ ਨੂੰ ਕਾਹਦੇ ਨਾਮ ਨਾਲ ਜਾਣਿਆ ਜਾਂਦਾ? ਮਿਨੀ ਕੌਨਸਟੀਟਿਊਸ਼ਨ। ਤਾਂ ਇਹਦੇ ਨਾਮ ਦੇ ਨਾਲ ਜਾਣਿਆ ਜਾਂਦਾ। ਬੱਚੇ ਦੇਖੋ, ਬਹੁਤ ਛੋਟਾ ਜਿਹਾ ਟੌਪਿਕ ਆ, ਬਟ ਬਹੁਤ ਇੰਪੋਰਟੈਂਟ ਆ। ਸੋ ਇਹਦੇ 'ਚੋਂ MCQ ਬਣਨ ਦੇ ਚਾਂਸ ਬਹੁਤ ਪੂਰੇ ਹੁੰਦੇ ਆ। ਤਾਂ ਤੁਸੀਂ ਪਹਿਲਾਂ ਵਾਲੇ ਪੇਪਰ ਦੇਖ ਵੀ ਲਏ ਹੋਣਗੇ। ਬਾਕੀ ਜਿੰਨੇ ਕੁਐਸਚਨ ਤੁਹਾਨੂੰ ਅੱਜ ਕਰਵਾਏ ਜਾਣਗੇ ਬੱਚੇ, ਇਹ ਸਾਰੇ ਐਗਜ਼ਾਮ ਦੇ ਵਿੱਚ ਆਏ ਹੋਏ ਕੁਐਸਚਨ ਆ। ਤਾਂ ਹੁਣ ਦੇਖੋ, ਫੰਡਾਮੈਂਟਲ ਡਿਊਟੀਜ਼ ਦੀ ਆਪਾਂ ਗੱਲ ਕਰ ਹੀ ਲਈ, ਤਾਂ ਹੁਣ ਇਹਦੇ ਬਾਰੇ ਥੋੜ੍ਹੇ ਜਿਹੇ ਫੈਕਟ ਆਪਾਂ ਹਰੇਕ ਕੁਐਸਚਨ ਦੇ ਨਾਲ ਫੈਕਟ ਕਰਾਂਗੇ। ਤਾਂ ਦੇਖੋ ਬੱਚੇ, ਕੀ ਇਹ ਆਪਣੇ ਓਰੀਜਨਲ ਕੌਨਸਟੀਟਿਊਸ਼ਨ ਦੇ ਵਿੱਚ ਸੀ? ਆਪਾਂ ਕਹਾਂਗੇ ਨਹੀਂ, ਠੀਕ ਆ। ਤਾਂ ਇਹ ਬਾਅਦ ਦੇ ਵਿੱਚ ਐਡ ਕੀਤੀਆਂ ਗਈਆਂ ਸੀਗੀਆਂ। ਕਿਹੜੀ ਅਮੈਂਡਮੈਂਟ ਹੋਈ ਸੀ? 42ਵੀਂ 1976। ਤਾਂ ਫਿਰ ਇੱਕ ਸਾਨੂੰ ਪਤਾ ਹੋਣਾ ਚਾਹੀਦਾ ਇਹਦਾ ਸੋਰਸ ਕੀ ਆ, ਕਿਉਂਕਿ ਜਿਹੜੇ ਵਨ ਲਾਈਨਰ ਕੁਐਸਚਨ ਬਣਦੇ ਆ ਉਹ ਐਵੇਂ ਦੇ ਬਣਦੇ ਹੁੰਦੇ ਆ ਵੀ ਓਰੀਜਨਲ ਦੇ ਵਿੱਚ ਸੀਗੀਆਂ ਜਾਂ ਨਹੀਂ, ਕਿਹੜੀ ਅਮੈਂਡਮੈਂਟ ਨਾਲ ਕੀਤਾ ਗਿਆ। ਜਿਵੇਂ ਕਿ ਆਹ ਕੁਐਸਚਨ ਆ, ਤਾਂ ਇਹਦਾ ਸੋਰਸ ਕੀ ਆ? ਅਸੀਂ ਇਹ ਕਿੱਥੋਂ ਅਡੋਪਟ ਕੀਤੀਆਂ ਨੇ? ਅਸੀਂ ਇਹ ਕੀਤੀਆਂ ਨੇ USSR, ਠੀਕ ਆ। ਯਾਨੀ ਕਿ ਸੋਵੀਅਤ ਸੰਘ ਸੀਗਾ ਜਿਹੜਾ, ਯਾਨੀ ਕਿ ਟੁੱਟ ਗਿਆ ਸੀ ਬਾਅਦ ਦੇ ਵਿੱਚ। ਤਾਂ ਜਿਹੜਾ ਸਾਡੇ ਸੋਸ਼ਲਿਜ਼ਮ ਆ ਉਹ ਵੀ ਅਸੀਂ ਇਸੇ ਤੋਂ ਹੀ ਫੋਲੋ ਕੀਤਾ ਸੀ, ਅਤੇ ਜਿਹੜਾ ਕੈਪੀਟਲਿਜ਼ਮ ਆ ਉਹ ਅਸੀਂ USA ਤੋਂ ਕੀਤਾ ਸੀ। ਔਰ USA ਦਾ NATO ਗਰੁੱਪ ਸੀ, ਔਰ ਦੂਸਰੀ ਸਾਈਡ ਯੂਰਪ ਕੰਟਰੀਆਂ ਦਾ USSR ਗਰੁੱਪ ਸੀ। ਇਹ ਵਿੱਚ ਇਕੋਨਮੀ ਦਾ ਔਰ ਹਿਸਟਰੀ ਦਾ ਟੌਪਿਕ ਰਹਿ ਗਿਆ। ਸੋ ਇਹਨੂੰ ਆਪਾਂ ਸਾਈਡ ਕਰਦੇ ਹੋਏ ਆਪਾਂ ਪੋਲਿਟੀ ਦੇ ਟੌਪਿਕ 'ਤੇ ਆਉਂਦੇ ਹਾਂ। ਤੁਹਾਨੂੰ ਪਤਾ ਲੱਗ ਗਿਆ ਵੀ ਓਰੀਜਨਲ 'ਚ ਨਹੀਂ ਸੀਗੀਆਂ, 42ਵੀਂ ਸੋਧ ਨਾਲ ਐਡ ਕੀਤੀਆਂ ਗਈਆਂ ਨੇ। 42ਵੀਂ ਸੋਧ ਨੂੰ ਮਿਨੀ ਕੌਨਸਟੀਟਿਊਸ਼ਨ ਕਿਹਾ ਜਾਂਦਾ, ਕਿਉਂਕਿ ਬਹੁਤ ਜ਼ਿਆਦਾ ਇਹਦੇ 'ਚ ਮਤਲਬ ਕਿ ਤਬਦੀਲੀਆਂ ਕੀਤੀਆਂ ਗਈਆਂ ਸੀ, ਠੀਕ ਆ। ਔਰ ਇਹ ਐਮਰਜੈਂਸੀ ਦੇ ਦੌਰਾਨ ਹੋਈ ਸੀ, ਇਹ ਗੱਲ ਯਾਦ ਰੱਖਣੀ ਆ। ਔਰ ਉਸ ਟਾਈਮ 'ਤੇ ਆਪਣੇ PM ਇੰਦਰਾ ਗਾਂਧੀ ਸੀ, ਠੀਕ ਆ। ਚਲੋ, ਆਹ ਚੀਜ਼ ਤਾਂ ਬੱਚੇ ਤੁਹਾਨੂੰ ਪਹਿਲੇ ਕੁਐਸਚਨ ਦੇ ਨਾਲ ਬਿਲਕੁਲ ਕਲੀਅਰ ਹੋ ਗਈ ਹੋਊਗੀ। ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿਹੜੇ ਭਾਗ ਦੇ ਵਿੱਚ ਆ, ਇਹ ਭਾਗ ਆਪਣਾ ਚੌਥਾ A ਦੇ ਵਿੱਚ ਆ। ਭਾਗ ਚੌਥਾ ਤਾਂ ਬੱਚੇ ਤੁਹਾਨੂੰ ਪਤਾ ਵੀ DPSP ਦੇ ਰਿਗਾਰਡਿੰਗ ਆ, ਬਟ ਇਹਨੂੰ ਬਾਅਦ ਦੇ ਵਿੱਚ ਐਡ ਕੀਤਾ ਗਿਆ। ਸੋ ਇਹਨਾਂ ਨੇ ਕਿਹਾ ਵੀ ਚੌਥੇ ਦੇ ਨਾਲ ਇੱਕ ਹੋਰ ਭਾਗ ਐਡ ਕਰ ਦਿਓ, ਜਾਣੀ ਕਿ ਸਬ ਪਾਰਟ ਐਡ ਕਰ ਦਿਓ। ਤਾਂ ਪਾਰਟ 4A ਐਡ ਕੀਤਾ ਗਿਆ। ਔਰ ਇਹਦੇ ਜਿਹੜਾ ਆਪਾਂ ਇੱਥੇ ਗੱਲ ਕਰਦੇ ਹਾਂ DPSP, ਇਹਦੇ ਆਰਟੀਕਲ 37 ਤੋਂ ਲੈ ਕੇ 51 ਤੱਕ ਸੀਗੇ। ਭਾਗ ਇਹ ਚੌਥਾ। ਤਾਂ ਇਸ ਤੋਂ ਬਾਅਦ ਚੌਥਾ A ਭਾਗ ਐਡ ਕੀਤਾ, ਔਰ 51 ਦੇ ਨਾਲ ਵੀ A ਲਾਤੀ, ਤਾਂ ਇਹ ਨਵਾਂ ਆਰਟੀਕਲ ਜੋੜਤਾ। ਸੋ ਤੁਹਾਨੂੰ ਹੁਣ ਬੱਚੇ ਆ ਤਾਂ ਇਹਦੇ ਬੇਸਿਕ ਫੈਕਟ ਨੇ ਜਿੰਨੇ, ਉਹ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਕਿੱਥੋਂ ਅਸੀਂ ਅਡੋਪਟ ਕੀਤਾ, ਕਦੋਂ ਇਹ ਆਈਆਂ ਨੇ,
ਤੇ ओरिजिनल ਦੇ ਵਿੱਚ ਹੈ ਨਹੀਂ ਸੀ, ਕਿਹੜੇ ਭਾਗ ਦੇ ਵਿੱਚ ਆ, ਕਿਹੜੇ ਆਰਟੀਕਲ ਦੇ ਵਿੱਚ ਆ। अगर बच्चे इन्नी क इन्फॉर्मेशन थोनों क्लीयर हो गई दैन ਜਿਹੜੇ ਬੱਚਿਆਂ ਨੇ ਵੀਡੀਓ ਲਾइक नहीं की वीडियो ਨੂੰ लाइक जरूर करो। एंड तक ਜਾਂਦੇ ਬੱਚੇ ਤੁਹਾਨੂੰ फंडामेंटल ड्यूटीज़ आ ਜਿਹੜੀਆਂ ਇੰਨੀਆਂ ਹੋ ਜਾਣਗੀਆਂ ਕਿ ਤੁਹਾਨੂੰ ਈਵਨ ਲక్ష్ਮੀਕਾਂਤ ਪੜ੍ਹਨ ਦੀ ਜਾਂ ਫਿਰ ਕਿਸੇ ਵੀ ਬੁੱਕ ਨੂੰ ਪੜ੍ਹਨ ਦੀ ਲੋੜ ਨਹੀਂ। ਤੁਸੀਂ ਇੰਨਾ ਕੁ ਧਿਆਨ ਦੇ ਨਾਲ ਸੁਣਿਆ ਤਾਂ ਤੁਸੀਂ ਈਵਨ UPSC ਵਾਲੇ ਕੁਐਸਚਨ ਵੀ ਟਿਕ ਕਰ ਸਕਦੇ ਹੋ, ਤਾਂ ਉਹ ਤੁਹਾਡੀ ਅੱਗੇ ਆਪਣੀ ਪ੍ਰੈਕਟਿਸ ਆ। दूसरा क्वेश्चन देखो, विच ऑफ द फॉलोइंग ऑफ आर्टिकल द इंडियन कॉन्स्टिट्यूशन, मतलब फंडामेंटल ड्यूटीज़ के रिगार्डिंग किहड़ा आर्टिकल आ। बच्चे ਇਹਦਾ आंसर मैं ਤੁਹਾਨੂੰ ਹੁਣੇ पिछली वीडियो ਇਹਦੇ 'ਚ अपना क्वेश्चन 'ਚ करवा के गया। सो 51A ਇਹ ਵੀ ਬਾਅਦ ਦੇ ਵਿੱਚ ਐਡ ਕੀਤਾ ਗਿਆ ਸੀ। देखो संविधान ਦੇ ਵਿੱਚ ਜੇ ਆਪਾਂ ਗੱਲ ਕਰੀਏ पार्ट 1 यूनियन एंड टैरेटरी वाला, ਆਪਾਂ ਇਸ ਤੋਂ ਬਾਅਦ ਗੱਲ ਕਰੀਏ पार्ट 2 ਦੀ, फिर ਇਹਦੇ 'ਚ ਆ ਜਾਂਦੀ ਆਪਣੀ सिटीजनशिप। पार्ट 3 ਜਿਹੜਾ कि मोस्ट इंपोर्टेंट आ, ਇਹਦੇ 'ਚ ਆ ਜਾਂਦੇ ਨੇ ਸਾਡੇ फंडामेंटल राइट्स। और इस तो बाद पार्ट 4 ਦੀ ਗੱਲ ਕਰੀਏ ਤਾਂ ਇਹਦੇ 'ਚ ਆ ਜਾਂਦੀਆਂ ਨੇ ਸਾਡੀਆਂ DPSP, ਜਾਣੀ ਕਿ ਆਰਟੀਕਲ 37 ਤੋਂ ਲੈ ਕੇ 51। ਜਦੋਂ ਫਿਰ ਇਸ ਤੋਂ ਬਾਅਦ ਜਿਹੜਾ ਪਾर्ट 4A ਜੋੜਿਆ ਗਿਆ ਨਾ, ਤਾਂ ਇਹ ਜੋੜਿਆ ਗਿਆ 52ਵੀਂ कॉन्स्टिट्यूशनल अमेंडमेंट 1976 ਦੇ ਨਾਲ। और आ देखो 51 ਦੇ आर्टिकल खत्म हो रहे हैं ना, तो इतों इन्होंने आर्टिकल एक नवा जोड़ता 51 ਦੇ ਨਾਲ ए पा के बाद ਦੇ ਵਿੱਚ जोड़ता। सो ਤੁਹਾਨੂੰ दूसरे क्वेश्चन की डिटेल भी क्लीयर हो गई होगी, ठीक है। तो 42ਵੀਂ ए वाली हुई, तो इनू बच्चे याद रखना तुसी। चलो अगे देखो, आ बच्चे UPSC के द्वारा पूछा हुआ क्वेश्चन आ, स्टेटमेंट वाले क्वेश्चन। आपां तुहानूं पहलां कहा कि आपां PPSC UPSC नूं नाल ध्यान च रखते हुए चलना। ਜਿਹੜੇ ਬੱਚੇ ਦੂਸਰਾ वन लाइनर करते हैं उन्हां दे लई भी क्वेश्चन होणगे, ਤਾਂ ਜਿਹੜੇ स्टेटमेंट वाले करना चाहुंदे आ उन्हां दे लई भी क्वेश्चन होणगे, क्योंकि ਇਹ वाला क्वेश्चन स्पैशली PPSC UPSC SSC ਦੇ जिन्हां दा टारगेट आ उन्हां दे लई आ। विच ऑफ द फॉलोइंग, इन्हां दे विचों बच्चे फंडामेंटल ड्यूटीज़ बारे आ ऑफ सिटीजनस लेड डाउन इन द इंडियन कॉन्स्टिट्यूशन। इन्हां दे विचों आ चीज़ देखांगे कि पुछया की है, इन्होंने सब तो मेन गल की आ कि इन्होंने आपां नूं पुछया भी इन्हां दे विचों करैक्ट किहड़ी आ। सो बच्चे देखो, ਜਿਹੜਾ ਇਹਦੇ ਚੋਂ टू प्रिजर्व द रिच हैरीटेज ऑफ अवर कोमोसाइट कल्चर बिल्कुल सही आ, ठीक आ। तो ये भी अपना सही है। टू प्रोटैक्ट द वीकर सैक्शन फ्रॉम सोशल इनजस्टिस, तो ये भी अपना करैक्ट आंसर आ। तो दूसरा जिहड़ा ये बच्चे अपना चौथी स्टेटमेंट है, ये भी बिल्कुल सही है। टू डिवेलप द साइंटिफिक टेंपर एंड स्पिरिट, तो ये बच्चे टू प्रिजर्व द रिच हैरीटेज ऑफ अवर कोमोसाइट कल्चर, मतलब कल्चर वाला भी है, ये रिच हैरीटेज नूं प्रिजर्व करना, ये भी बिल्कुल करैक्ट आंसर आ। तो टू डिवेलप द साइंटिफिक टेंपर एंड स्पिरिट ऑफ इनकुआरी, तो बच्चे ये इत्थे 3 आना। सो आ तो नहीं है अपना, ठीक है। तो ये तीसरी स्टेटमेंट सही है, पहली सही है, तो चौथी सही है। साइंटिफिक टेंपर आ गया थोनों, ठीक है। तो इनू डिवेलप करना, ये भी अखा मीच के ला दो, करैक्ट, ठीक है। एक्सीलेंस इन ऑल स्पीयर ऑफ इंडिविजुअल, चाहे कलैक्टिव एक्टिविटी आ, ये भी करैक्ट ला दो। पर रिच हैरीटेज आ गया, ठीक है। कोमोसाइट कल्चर, ये भी टिक ला दो। आ वीकर सैक्शन वाला ये कोई रोल नहीं है। सो इत्थे ऑप्शन के ही सॉरी बच्चे इत्थे मिसटेक आ, तो यदा 1, 3 एंड 4 आ जिहड़ा करैक्ट आंसर आ नहीं है, क्योंकि दूसरा गलत आ, इत्थे भी दूसरा गलत आ, इत्थे भी दूसरा गलत आ, यदा करैक्ट आंसर सी आ। और बच्चे ये वाला क्वेश्चन UPSC के द्वारा पूछा हुआ क्वेश्चन आ। तो अगे आपां तुहानूं बच्चे मैं करवावांगा भी किहड़ियां ने कि किहड़े दे विच किहदी गल कीती गई आ। तो आ क्वेश्चन दे विच तुसीं नोट की करना, तो इहदे विच नोट करो भी एक जापान कंट्री आ डेमोक्रेटिक, जिथे ये बाकी फंडामेंटल ड्यूटीज़ हैगियां ने। अदरवाइज USA, कनाडा, फ्रांस, जर्मनी, आस्ट्रेलिया, इन्हां भी देशों के विच फंडामेंटल ड्यूटीज़ नाम का कोई भी कंसैप्ट नहीं हैगा, ठीक है। तो डेमोक्रेटिक दे विच किहदे च आ, ते सिर्फ अपने जापान दे विच आ। ते इस तो बाद जिहड़ा DPSP आ, DPSP दे वांग सेम ये भी नॉट जस्टिसेबल ने, मतलब कि नॉट जस्टिसेबल ने। दूसरा ये बाउंडड नहीं होंदियां, ठीक है, किसी ते नॉट बाउंडड। और तीसरी गल
बच्चे ओनली ये इंडियन सिटीजनस ते लगदियां ने, फॉरन ने ਜਿਹੜੇ मतलब कि विदेशी ने NRI वगैरह NRI नहीं सॉरी ਜਿਹੜੇ ਵਿਦੇਸ਼ੀ ਨੇ ਤੇ ਉਹਨਾਂ ਦੇ ਉੱਤੇ ਇਹ ਚੀਜ਼ਾਂ ਜਿਹੜੀਆਂ ਨੇ ਇੰਪਲੀਮੈਂਟ ਨਹੀਂ ਹੁੰਦੀਆਂ। ਇਹਨੂੰ ਤੁਸੀਂ ਧਿਆਨ 'ਚ ਰੱਖਣਾ ਵੀ ਇਹ ਆਪਣਾ नॉट जस्टिसेबल और नॉट बाउंडड। भाग चौथा ए आर्टिकल 51 ए और 42वीं सोध 1976 तो स्टार्टिंग के विच कितनियां सीगियां 10 सीगियां। तो 10 फंडामेंटल अपना ड्यूटीज़ ने सीगियां जिहड़ियां, इहनूं ध्यान च रखना। इस तो बाद चौथा क्वेश्चन देखो, विच ऑफ द फॉलोइंग इज़ इनकरैक्ट। तो हुण इहदे चों बच्चे जिहड़ा अपना इनकरैक्ट पुछया उन्होंने, फंडामेंटल ड्यूटीज़ आर पार्ट ऑफ द फंडामेंटल राइट्स, पहले ही गलत हो गया ना। तो इहदी ऑप्शन की है ए। तो बच्चे हुण इहदे च तुसीं ध्यान रखना भी देखो, सरकार ने कहा भी आपां एक कमेटी बनाउने आ, तो इन्हां ने एक 12 मैंबरी कमेटी बनाई जिहदे चेयरपर्सन सीगे स्वर्ण सिंह। ठीक है, तो जिहड़ा चेयरपर्सन हुंदा उहदे नाम ते कमेटी का नाम हुंदा। सो जिहड़ी कमेटी ने रिकमेंड किया सी कि फंडामेंटल ड्यूटीज़ होणियां चाहीदियां, उहनूं की कहा जाता स्वर्ण कमेटी। तो इहदियां रिकमेंडेशन सीगियां, तो सरकार ने इन्हां नूं मन्न लिया। तो बच्चे इत्थे इहदी कमेटी के बारे देख लो भी इन्हां दे विचों इन्हां ने किन्नियां कहा सी, इन्हां ने 8 दी सिफारिश कीती सी, पर जिहड़ियां अडॉप्ट कीतियां गईयां उन्हां दी गिनती किन्नी सी 10, पर हुण किन्नियां ने, हुण 11, एक इस तो बाद दे विच ऐड की गई सी। ठीक है, तो आह गल बच्चे ध्यान दे विच रखनी है। बाकी इहदे विच जिहड़े इंपोर्टेंट इन्हां दे मैंबर सीगे उन्हां दे बारे एक क्वेश्चन तुहानूं अगे आऊगा, उहदे चों तुसीं उहनूं देख सकदे हो। बस इन्नी चीज़ नूं तुसीं ध्यान दे विच रखना। इस तो बाद एक बर्मा कमेटी, ठीक है, तो ये भी इन्हां दे नाल रिलेटेड आ, सो ये भी बनाई गई सी। तो जिहड़ी ये कांग्रेस पार्टी ने सैटअप की सी सरदार स्वर्ण सिंह कमेटी, तो 1975 तो लैके 77 जदों कि इंटरनल एमरजेंसी चल रही सी, तो उदों ये कमेटी का फॉर्मेशन किया गया सी। तो इन्हों ने कहा भी बखरा एक चैप्टर बना दो। ठीक है, तो कांग्रेस गवर्नमेंट ने जिहड़ियां रिकमेंडेशन सीगियां एक्सैप्ट कर लियां। सो इस तो बाद 42वीं सोध की गई, उहदे नाल चौथा ए भाग जोड़िया गया और आर्टिकल 51 ए जोड़िया गया। शुरू तो 10 ऐड कीतियां गईयां, स्वर्ण कमेटी ने सिर्फ 8 ऐड कीतियां सी, ते नाल ही इहने कहा सीगा भी यह जस्टिसेबल। हुण तैनूं आपां मतलब कि इहदे क्रिटिसिज्म की गल करिए तो उहदे च ये चीज़ आउंदी आ भी ये जस्टिसेबल नहीं हैगियां, क्योंकि आपां लिखिया ना भी नॉट जस्टिसेबल ने। स्वर्ण सिंह कमेटी ने कहा भी उन्होंने पैनल्टी लावो जिहड़े इन्हां नूं नहीं मनदे। बाकी क्रिटिसिज्म दे विच ये भी गल आउंदी है भी कुछ वर्ड इहो जे ने जिहड़े आम लोगों की समझ तो परे ने, जिवें एम्बियस हो गया, ठीक है, जां होर जिवें कि अपना नोबल, आइडियल, कंपोजाइट, कल्चर, साइंटिफिक टैंपर। तो ये वो वाले वर्ड ने जिहड़े बाकियां दे आधार ते मतलब कि समझ नहीं सकते, आम नहीं समझ सकते। और दूसरा इहदा क्रिटिसिज्म की है सब तो वड्डा भी इन्हां दे विच होर इंपोर्टेंट ने जिहड़े कि ड्यूटीज़ वो नहीं कवर कीतियां गईयां, जिवें कि कास्टिंग वोट हो गया, पेइंग टैक्स हो गया, फैमिली प्लानिंग हो गया। ठीक है, जबकि पेड टैक्स बारे स्वर्ण कमेटी ने रिकमेंडेशन भी दी सी, बट उन्होंने भी अडोप्ट इत्थे नहीं किया गया। सो तुहानूं स्वर्ण सिंह कमेटी के बारे बच्चे इन्नियां चीज़ां क्लीयर हो गई होणगियां, होपसो इन्नी चीज़ तुहानूं क्लीयर होंदी चल रही होगी। बाकी जिहड़े बच्चे चैनल ते नवे आ जां चैनल नूं पहली बार विजिट कर रहे आ, वीडियो पहली बार देख रहे आ, बच्चे वीडियो नूं लाइक जरूर करियो और चैनल नूं सबसक्राइब जरूर करियो। अगला क्वेश्चन देखो, विच ऑफ द फॉलोइंग इज़ नॉट प्रोवाइडड इन पार्ट 4A ऑफ द इंडियन कॉन्स्टिट्यूशन। तो हुण इहदे चों ये कहते हैं भी इन्हां दे विचों किहड़ी चीज़ है जिहड़ी कि इहदे च प्रोवाइड नहीं की गई। तो बच्चे देखो इहदे च मैं तुहानूं सीधी करैक्ट आंसर दसदा भी सी ऑप्शन आ, रिस्पैक्ट आवर पेरेंट्स एंड टीचर्स। ये मतलब कि इहदे च अपना नहीं हैगा चौथे भाग दे विच ए दे विच। ठीक है, नैशनल फ्लैग की रिस्पैक्ट भी हैगी आ, ब्रदरहुड भी बना के रखना ये भी हैगी आ, रिच हैरीटेज तो आप भी करके हटे हैं। तो ये तीनों ऑप्शन हैगियां ने, A B D, C ऑप्शन ये नहीं हैगी। सो ये चीज़ थोनों क्लीयर हो गई होगी। देखो बच्चे स्टार्टिंग दे विच 10 ऐड कीतियां, 8 दी उन्होंने सिफारिश की सी, पर प्रेजेंटली हुण 11 ने। तो जिहड़ी ये 11वीं ऐड की गई सी इहदे नाल रिलेटेड तुसीं 86 जिहड़ी कॉन्स्टिट्यूशनल अमेंडमेंट एक्ट हुई है 2002 दे विच। ठीक है, तो ये नाल एक होर ऐड की गई, ये मतलब कि इन्हां दे एम ने A B C D ABC दे विच चलदा इन्हां दा काम। ठीक है, K तक, K बाद दे विच ऐड की गई है और ये 1 अप्रैल 2010 तो इफैक्ट दे विच आई सी, ये वाली जिहड़ी लास्ट ते कीती आ।
ਤਾਂ ਕਿਹਾ ਕਿ ਇਹਦੇ 'ਚ ਕਿ ਮਾਤਾ ਪਿਤਾ ਨੇ ਜਿਹੜੇ ਉਹਨਾਂ ਨੂੰ ਆਪਣਾ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾ ਚਾਹੀਦਾ। ਠੀਕ ਆ, ਤਾਂ ਆਹ ਚੀਜ਼ ਬਿਲਕੁਲ ਕਲੀਅਰ ਆ। ਤਾਂ ਹੁਣ ਜੇ ਏ ਦੀ ਗੱਲ ਕਰੀਏ, ਏ ਦੇ ਵਿੱਚ ਆ ਵੀ ਨੈਸ਼ਨਲ ਫਲੈਗ ਐਂਥਮ ਉਹਨਾਂ ਦੀ ਰਿਸਪੈਕਟ ਕਰਨੀ ਚਾਹੀਦੀ ਆ, ਪਹਿਲਾ ਪੁਆਇੰਟ ਕਲੀਅਰ ਹੋ ਗਿਆ। ਦੂਸਰਾ ਬੀ ਦੇ ਵਿੱਚ ਕੀ ਆ, ਫਰੀਡਮ ਫਾਈਟਰ ਦੇ ਵਿਚਾਰਾਂ 'ਤੇ ਸਾਨੂੰ ਚੱਲਣਾ ਚਾਹੀਦਾ। ਅਤੇ ਆਪਣਾ ਤੀਸਰਾ ਯੂਨਿਟੀ ਇੰਟੀਗ੍ਰਿਟੀ ਵਗੈਰਾ ਬਣਾ ਕੇ ਰੱਖਣੀ ਚਾਹੀਦੀ ਆ। ਚੌਥਾ ਡਿਫੈਂਡ ਆਫ ਕੰਟਰੀ, ਦੇਸ਼ ਦੀ ਰੱਖਿਆ ਕਰਨੀ ਚਾਹੀਦੀ ਆ। ਈ ਦੇ ਵਿੱਚ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ। ਠੀਕ ਆ, ਔਰ ਇਸ ਤੋਂ ਬਾਅਦ ਜੇ ਆਪਾਂ ਐਫ ਦੀ ਗੱਲ ਕਰੀਏ ਤਾਂ ਕਲਚਰ ਦੇ ਮਹੱਤਵ ਨੂੰ, ਰਿਚ ਹੈਰੀਟੇਜ ਨੂੰ ਸੰਭਾਲ ਕੇ ਰੱਖਣਾ। ਜੀ ਦੇ ਵਿੱਚ ਇਨਵਾਇਰਨਮੈਂਟ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ। ਐਚ ਦੇ ਵਿੱਚ ਸਾਇੰਟੀਫਿਕ ਟੈਂਪਰ, ਸੋਚ ਰੱਖੇ ਮਤਲਬ ਝੂਠੇ ਅਡੰਬਰ ਨੇ ਜਿਹੜੇ ਉਹਨਾਂ ਨੂੰ ਨਹੀਂ ਮੰਨਣਾ ਚਾਹੀਦਾ। ਆਈ ਦੇ ਵਿੱਚ ਪਬਲਿਕ ਪ੍ਰੋਪਰਟੀ ਦੀ ਸੁਰੱਖਿਆ ਕਰਨੀ ਚਾਹੀਦੀ ਆ। ਜੇ ਦੇ ਵਿੱਚ ਐਕਸਲੈਂਸ ਆਫ ਆਲ ਸਪੀਅਰ, ਇਹ ਆਪਾਂ ਮਤਲਬ ਪਹਿਲਾਂ ਵਾਲੇ ਉਹਦੇ 'ਚ ਪੜ੍ਹ ਚੁੱਕੇ ਹਾਂ। ਕਿ ਇਹਦੇ ਵਿੱਚ ਚਿਲਡਰਨ ਸਟੱਡੀ 6 to 14 ਈਅਰ ਕੰਪਲਸਰੀ। ਠੀਕ ਹੈ, ਮਤਲਬ ਕਿ ਜ਼ਰੂਰ ਪੜ੍ਹਾਉਣਾ ਚਾਹੀਦਾ ਉਹਨਾਂ ਨੂੰ, ਕਹਿਣ ਤੋਂ ਭਾਵ ਇਹ ਆ। ਤਾਂ ਬੱਚੇ ਇਹ ਚੀਜ਼ ਸੀਗੀ ਜਿਹੜੀ ਇਹਨਾਂ ਦੀ ਲਿਸਟ ਆ, ਇਹ ਤੁਹਾਨੂੰ ਮੈਂ ਦੱਸਤੀ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕਰੈਕਟਲੀ ਮੈਚ, ਤਾਂ ਇਹਨਾਂ ਦੇ ਵਿੱਚ ਕਿਹਾ ਪਾਰਟ 2 ਸਿਟੀਜ਼ਨਸ਼ਿਪ, ਇਹ ਵੀ ਠੀਕ ਆ, ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ। ਅਤੇ ਆਪਣਾ ਪਾਰਟ 3 ਫੰਡਾਮੈਂਟਲ ਰਾਈਟਸ, ਇਹ ਵੀ ਬਿਲਕੁਲ ਕਰੈਕਟ ਆ। ਤਾਂ ਪਾਰਟ 4 ਦੇ ਵਿੱਚ DPSP, ਇਹ ਵੀ ਠੀਕ ਆ। ਹੁਣ ਪਾਰਟ 5 ਦੇ ਵਿੱਚ ਫੰਡਾਮੈਂਟਲ ਡਿਊਟੀਜ਼ ਆ, ਇਹ ਬਿਲਕੁਲ ਗਲਤ ਆ, ਕਿਉਂਕਿ ਇਹ ਵਾਲੀਆਂ ਆਪਣੇ 4A ਦੇ ਵਿੱਚ ਆ, ਆਰਟੀਕਲ 51A ਦੇ ਵਿੱਚ ਆ। ਕਮੇਟੀ ਸਵਰਨ ਸਿੰਘ ਆ। ਠੀਕ ਆ, ਕਿੰਨੇ ਮੈਂਬਰੀ? 12 ਮੈਂਬਰੀ ਕਮੇਟੀ ਸੀ। ਇਹਨੇ 8 ਸਿਫਾਰਸ਼ ਕੀਤੀਆਂ ਸੀ, ਮੰਨੀਆਂ ਬਣਾਈਆਂ 10 ਗਈਆਂ। ਇੱਕ 11ਵੀਂ 86ਵੀਂ ਸੋਧ ਹੋਈ ਸੀਗੀ ਜਿਹੜੀ 2002 ਦੇ ਵਿੱਚ, ਤਾਂ ਇਹਦੇ ਨਾਲ ਜੋੜੀ ਗਈ। ਤਾਂ 2010 ਤੋਂ ਲੈ ਕੇ ਲਾਗੂ ਹੋਈ ਵੀ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮਾਂ ਪਿਓ ਜ਼ਰੂਰ ਪੜ੍ਹਾਉਣ। ਔਰ ਇਹ ਇਨਸਾਫੇਬਲ ਨਹੀਂ ਹੈਗੀਆਂ, ਮਤਲਬ ਕਿ ਨਾਟ ਜਸਟਿਸੇਬਲ ਨੇ, ਔਰ ਨਾ ਹੀ ਇਹ ਬਾਉਂਡਡ ਨੇ। ਜੇ ਕੋਈ ਨਹੀਂ ਵੀ ਮੰਨਦਾ ਇਹਨਾਂ ਨੂੰ, ਸਿਰਫ ਭਾਰਤੀ ਨਾਗਰਿਕਾਂ ਉੱਤੇ ਲਾਗੂ ਹੁੰਦੀਆਂ ਨੇ, ਵਿਦੇਸ਼ੀਆਂ ਉੱਤੇ ਨਹੀਂ ਲੱਗਦੀਆਂ। ਇਹ ਚੀਜ਼ ਨੂੰ ਤੁਸੀਂ ਧਿਆਨ 'ਚ ਰੱਖਣਾ। ਬਾਕੀ ਬੱਚੇ ਕੁਛ ਕੁ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਇਹਦੇ 'ਚ ਕਵਰ ਨਹੀਂ ਕੀਤੀਆਂ ਗਈਆਂ। ਇਸ ਤੋਂ ਬਾਅਦ ਅੱਜ ਦੀ ਵੀਡੀਓ ਦਾ ਆਪਣਾ ਬਿਲਕੁਲ ਲਾਸਟ ਕੁਐਸਚਨ ਆ ਬੱਚੇ, ਵਿਚ ਆਫ ਦਾ ਫੋਲੋਇੰਗ ਆਰ ਮੈਂਬਰਸ ਆਫ ਦਾ ਸਵਰਨ ਸਿੰਘ ਕਮੇਟੀ 1976। ਤਾਂ ਯਾਦ ਰੱਖਣਾ ਵੀ ਉਦੋਂ ਇੰਟਰਨਲ ਐਮਰਜੈਂਸੀ ਚੱਲ ਰਹੀ ਸੀ ਔਰ ਇੰਦਰਾ ਗਾਂਧੀ ਆਪਣੇ ਦੇਸ਼ ਦੀ PM ਸੀ। ਤਾਂ ਬੱਚੇ ਆ ਤੁਹਾਡੇ ਕੋਲ A B C D, ਇਹ ਵੀ UPSC ਦੇ ਦੁਆਰਾ ਪੁੱਛਿਆ ਹੋਇਆ ਕੁਐਸਚਨ। ਤਾਂ ਸਟੇਟਮੈਂਟ ਵਾਲੇ ਤੁਹਾਨੂੰ, ਵੈਸੇ ਸਟੇਟਮੈਂਟ ਵਾਲਾ ਤਾਂ ਹੈ ਨਹੀਂ, ਬਟ ਫਿਰ ਵੀ। ਤਾਂ ਕਰੈਕਟ ਆਨਸਰ ਯੂਜ਼ਿੰਗ ਕੋਡ ਗਿਵਨ ਬਿਲੋ, ਇਹਨਾਂ ਦੇ ਵਿੱਚੋਂ ਕਰੈਕਟ ਆਨਸਰ ਦੱਸਣਾ A B C D। ਤਾਂ ਬੱਚੇ ਇਹਦਾ ਆਨਸਰ ਮੈਂ ਤੁਹਾਡੇ ਤੋਂ ਹੋਪ ਕਰਦਾ ਕਿ ਤੁਸੀਂ ਇਹਦਾ ਆਨਸਰ ਜ਼ਰੂਰ ਕਰਿਓ। ਦੇਖੋ ਬੱਚੇ, ਆਪਾਂ ਫੰਡਾਮੈਂਟਲ ਡਿਊਟੀਜ਼ ਆ ਜਿਹੜਾ, ਇੱਕ ਵਾਰ ਤੋਂ ਤੁਹਾਨੂੰ ਮੈਂ ਫਿਰ ਇਹਦੇ ਓਵਰਵਿਊ ਜਿਹਾ ਦੇ ਦਿੰਦਾ। ਕਈ ਬੱਚੇ ਐਂਡ 'ਤੇ ਦੇਖਣ ਲੱਗਦੇ ਆ, ਨਿਗਾਹ ਦਿੰਦੇ ਆ ਵੀਡੀਓ, ਆਪਣੇ ਓਰੀਜਨਲ ਦੇ ਵਿੱਚ ਨਹੀਂ ਸੀਗੀਆਂ। ਠੀਕ ਆ, ਬਾਅਦ ਦੇ ਵਿੱਚ ਐਡ ਕੀਤੀਆਂ। ਔਰ ਇਹ ਨਾਟ ਜਸਟਿਸੇਬਲ ਨੇ, ਆਪਣੇ ਬਾਉਂਡਡ ਨਹੀਂ ਹੈਗੀਆਂ। ਸੋਰਸ ਇਹਦਾ USSR ਆ। ਆਰਟੀਕਲ 51A ਪਾਰਟ 4A ਸਵਰਨ ਸਿੰਘ ਕਮੇਟੀ ਨੇ ਰਿਕਮੈਂਡੇਸ਼ਨ ਦਿੱਤੀ ਸੀ। ਠੀਕ ਆ, 42ਵੀਂ ਸੋਧ 1976 ਦੇ ਨਾਲ ਇਹ ਜੋੜੀਆਂ ਗਈਆਂ। ਸਟਾਰਟਿੰਗ ਦੇ ਵਿੱਚ 10 ਜੋੜੀਆਂ, ਜਦ ਕਿ ਉਹਨੇ ਸਵਰਨ ਸਿੰਘ ਨੇ ਸਿਫਾਰਸ਼ ਕੀਤੀ ਸੀ 8 ਦੀ। ਜਿਹੜੀ ਇਹ ਤੋਂ ਬਾਅਦ ਇੱਕ 11ਵੀਂ ਜੋੜੀ ਗਈ ਆ, ਉਹ 86ਵੀਂ ਅਮੈਂਡਮੈਂਟ ਹੋਈ ਸੀ 2002 ਦੇ ਵਿੱਚ, ਉਹ ਇੱਕ ਹੋਰ ਐਡ ਕਰਤੀ। ਉਹਦੇ 'ਚ ਕਿਹਾ ਵੀ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਮਾਪੇ ਜ਼ਰੂਰ ਪੜ੍ਹਾਉਣ। ਠੀਕ ਆ, ਤਾਂ ਆਹ ਲਿਸਟ ਮੈਂ ਤੁਹਾਨੂੰ ਪਹਿਲਾਂ ਪੜ੍ਹਾ ਚੁੱਕਿਆ, ਦੇਖ ਲਿਓ ਤੁਸੀਂ ਉਹਨਾਂ ਨੂੰ ਵੀ। ਹੋਰ ਬਾਕੀ ਡੈਮੋਕ੍ਰੇਟਿਕ ਕੰਟਰੀਜ਼ ਦੇ ਵਿੱਚੋਂ ਸਿਰਫ ਜਾਪਾਨ ਕੰਟਰੀ ਇਹੋ ਜਿਹੀ ਆ ਜਿੱਥੇ ਇਹ ਵਾਲੀ ਚੀਜ਼ ਹੈਗੀ ਆ। ਉਸ ਤੋਂ ਬਿਨਾਂ USA, ਕਨਾਡਾ, ਫਰਾਂਸ, ਜਰਮਨੀ, ਆਸਟ੍ਰੇਲੀਆ, ਇਹਨਾਂ ਵਰਗੇ ਦੇਸ਼ਾਂ ਦੇ ਵਿੱਚ ਇਹ ਚੀਜ਼ ਨਹੀਂ ਹੈਗੀ। ਬਾਕੀ ਬਰਮਾ ਕਮੇਟੀ 1999 ਦੀ ਬਣੀ ਸੀ, ਉਹ ਵੀ ਇਹਦੇ ਰਿਗਾਰਡਿੰਗ ਬਣੀ ਆ। ਤਾਂ ਬੱਚੇ ਇਹ ਚੀਜ਼ ਮੈਂ ਤੁਹਾਨੂੰ ਕਰਵਾਉਣੀ ਸੀ। ਸੋ ਅੱਜ ਆਪਣਾ ਫੰਡਾਮੈਂਟਲ ਡਿਊਟੀਜ਼ ਆ ਜਿਹੜਾ ਬਿਲਕੁਲ ਕਲੀਅਰ ਹੋ ਗਿਆ। ਜਿੰਨੇ ਇੰਪੋਰਟੈਂਟ ਫੈਕਟਸ ਸੀ ਬੱਚੇ ਮੈਂ ਤੁਹਾਨੂੰ ਦੱਸਤੇ। ਤਾਂ ਇਹਦਾ ਆਨਸਰ ਤੁਸੀਂ ਪਲੀਜ਼ ਜ਼ਰੂਰ ਕਰਿਓ, ਨਾਲ ਲਿਖ ਦਿਆ ਕਰੋ ਵੀ ਕੁਐਸਚਨ 7ਵਾਂ ਅਤੇ ਇਹਦਾ ਆਨਸਰ ਅਸੀਂ ਆਹ ਕਰ ਰਹੇ ਹਾਂ। ਤਾਂ ਬੱਚੇ ਮੈਨੂੰ ਈਜ਼ੀ ਹੋ ਜਾਂਦਾ ਫਿਰ ਉਹ ਫਾਈਂਡ ਕਰਨਾ ਵੀ ਹਾਂ ਬੱਚੇ ਨੇ ਇਹੀ ਕਿਹਾ। ਤਾਂ ਇਹਦਾ ਪਹਿਲੇ ਦਾ ਆਨਸਰ ਇਹ, ਇੱਥੋਂ ਤੁਸੀਂ ਆਨਸਰ ਇਹਨਾਂ ਦੇ ਚੈੱਕ ਕਰ ਸਕਦੇ ਹੋ। 7ਵਾਂ ਕੁਐਸਚਨ ਤੁਹਾਡੇ ਲਈ ਹੈ, ਸੋ ਇੱਥੇ ਕੁਐਸਚਨ ਮਾਰਕ ਲੱਗਿਆ ਬੱਚੇ। ਤਾਂ ਇਹਦਾ ਤੁਸੀਂ ਕਮੈਂਟ ਕਰਕੇ ਆਨਸਰ ਜ਼ਰੂਰ ਦੇਣਾ। ਬਾਕੀ ਜਿਹੜੇ ਬੱਚੇ ਚੈਨਲ 'ਤੇ ਨਵੇਂ ਸੀ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ। ਜਿਨ੍ਹਾਂ ਨੂੰ PDF ਚਾਹੀਦੀ ਆ, ਸਾਡਾ ਟੈਲੀਗ੍ਰਾਮ ਜੁਆਇਨ ਕਰ ਸਕਦੇ ਆ, ਉਹਦੇ 'ਤੇ ਤੁਹਾਨੂੰ PDF ਪ੍ਰੋਵਾਈਡ ਕਰਵਾ ਦਿੱਤੀ ਜਾਊਗੀ। ਵੈਸੇ ਵੀ ਕਰੰਟ ਦੇ ਟੌਪਿਕ ਨੇ ਜਿਹੜੇ ਉੱਥੇ ਬੱਚੇ ਸ਼ੇਅਰ ਕੀਤੇ ਜਾਂਦੇ ਆ। ਤਾਂ ਇਹਨਾਂ ਨੂੰ ਵੀ ਤੁਸੀਂ ਗੱਲਾਂ ਨੂੰ ਧਿਆਨ 'ਚ ਰੱਖਣਾ। ਬਾਕੀ ਵੀਡੀਓ ਦੇਖਣ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।